एंड डेस्टिनी वॉज ऑन माई साइड कि मैं पातर जी नाल मेरी मुलाकात हुई और वो मुलाकात भी काफ़ी दिलचस्प हुई. बट वन थिंग आई नोटिस्ड आफ्टर माई हस्बैंड पास्ड अवे, आई हैव become very detached. In England ਵਿੱਚ ਲਿਖਿਆ ਡੀਅਰ ਪਾਤਰ ਜੀ, ਮੈਂ ਤੁਹਾਡਾ ਪਲੇ ਦੇਖਿਆ ਬਹੁਤ, I really liked it, ਅੰਗਰੇਜ਼ੀ ਵਿੱਚ ਜੋ ਵੀ. ਮੈਂ ਦਰਵਾਜ਼ਾ ਖੋਲ੍ਹਿਆ and I saw this handsome, neat, ਸਾਫ ਸੁਥਰਾ ਸਰਦਾਰ standing there wearing a blue turban. ਅੱਛਾ. And he's carrying that inland letter in his hand. To deal with grief, you have to go through 7 stages of grieving. ਪਦਮ ਸ਼੍ਰੀ ਨੀਲਮ ਸਿੰਘ ਚੌਧਰੀ ਨੇ ਪੰਜਾਬੀ ਰੰਗਮੰਚ ਨੂੰ ਨਾਇਆਬ ਰਾਗ, ਰੰਗ, ਨਜ਼ਰੀਆ ਤੇ ਅੰਦਾਜ਼ ਦਿੱਤਾ ਹੈ ਤੇ ਇਸ ਸਫ਼ਰ 'ਚ ਇੱਕ ਸ਼ਖਸ ਜਿਨ੍ਹਾਂ ਨੇ ਉਹਨਾਂ ਦੇ ਨਾਟਕਾਂ, ਕਿਰਦਾਰਾਂ ਤੇ ਸੁਰਾਂ ਨੂੰ ਪੰਜਾਬੀ ਜ਼ਬਾਨ 'ਚ ਘੋਲ ਕੇ ਤਸੱਵੁਰ ਤੇ ਨਫਾਸਤ ਦੀ ਮਿਠਾਸ ਦਿੱਤੀ ਹੈ, ਉਹਨੇ ਪਦਮ ਸ਼੍ਰੀ ਸੁਰਜੀਤ ਪਾਤਰ. ਇਹਨਾਂ ਦੀ ਦੋਸਤੀ ਜ਼ਹਿਨੀ ਸੀ, ਇਖਲਾਕੀ ਸੀ ਤੇ ਕਲਾ ਦੀ ਸਾਂਝੀ ਜ਼ਮੀਨ 'ਤੇ ਹਰ ਵਾਰ ਨਵੀਂ ਬਹਾਰ ਲਿਆਉਣ ਦੀ ਸੀ. ਡਾਕਟਰ ਨੀਲਮ ਸਿੰਘ ਚੌਧਰੀ ਨਾਲ ਇਹ ਮੁਲਾਕਾਤ ਖਾਸ ਉਸ ਪਾਤਰ ਦੀ ਯਾਦ ਵਿੱਚ ਜਿਹਦੇ ਜਾਨ ਦਾ ਰੂਦਨ ਪੰਜਾਬ 'ਚ ਸਦੀਆਂ ਤੱਕ ਗੂੰਜੇਗਾ. ਕਹੀ ਅਨਕਹੀ 'ਚ ਤੁਹਾਡਾ ਨਿੱਘਾ ਸਵਾਗਤ ਹੈ. ਇੱਥੇ ਕੋਸ਼ਿਸ਼ ਹੈ ਕਿ ਗੱਲਬਾਤ ਹੋਵੇ ਜ਼ਿੰਦਗੀ ਬਾਰੇ, ਉਹਦੇ ਸਬਕਾਂ ਬਾਰੇ ਤੇ ਆਪਣੀ ਅੰਦਰਲੀ ਤੇ ਬਾਹਰਲੀ ਦੁਨੀਆ ਨੂੰ ਨਿਖਾਰਨ ਬਾਰੇ. ਤੇ ਹਾਂ, ਤੁਹਾਡੀ ਸੋਚ ਤੇ ਤੁਹਾਡੇ ਸੁਝਾਅ ਸਿਰ ਮੱਥੇ ਤੇ. ਤੁਹਾਡਾ ਕਹੀ ਅਨਕਹੀ 'ਚ ਬਹੁਤ ਬਹੁਤ ਸਵਾਗਤ ਹੈ ਮੈਮ. ਬਹੁਤ ਬਹੁਤ ਸ਼ੁਕਰੀਆ. ਸਭ ਤੋਂ ਪਹਿਲਾਂ ਤਾਂ 11 ਮਈ 2024 ਦੀ ਜਿਹੜੀ ਸਵੇਰ ਸੀ, ਉਹਨੇ ਪੰਜਾਬ ਨੂੰ ਲਿਟਰਲੀ ਝੰਜੋੜ ਕੇ ਰੱਖਤਾ. ਸੁਰਜੀਤ ਪਾਤਰ ਸਰ ਸਡਨਲੀ ਜਿਵੇਂ like a bolt from the blue, we came to know that he's no more. ਪੂਰਾ ਪੰਜਾਬ ਹੀ ਇਸ ਦੁੱਖ ਨੂੰ ਇੱਕ ਤਰ੍ਹਾਂ ਨਾਲ ਇੱਕ ਸੰਤਾਪ ਹੀ ਬਣਿਆ ਹੈ. ਇਹ ਦੁੱਖ ਇੰਨਾ ਗਹਿਨ ਔਰ ਇੰਨੇ ਗਹਿਰੇ ਲੈਵਲ 'ਤੇ ਮਹਿਸੂਸ ਕੀਤਾ ਜਾ ਰਿਹਾ ਹੈ. ਤੁਸੀਂ ਜਿਹਦਾ ਨਾਤਾ ਸੁਰਜੀਤ ਪਾਤਰ ਸਰ ਨਾਲ ਦਸ਼ਕਾਂ ਦਾ ਰਿਹਾ, ਤੁਸੀਂ ਉਹਨਾਂ ਨਾਲ ਕੰਮ ਕੀਤਾ ਐਂਡ ਯੂ ਹੈਵ ਬੌਂਡਡ ਵਿਦ ਹਿਮ ਇੰਟੈਲੈਕਚੁਅਲੀ, ਕ੍ਰੀਏਟਿਵਲੀ ਐਂਡ ਈਵਨ ਪਰਸਨਲੀ. ਹਾਊ ਆਰ ਯੂ ਡੀਲਿੰਗ ਵਿਦ ਇਟ? Loss has become such a part of one's life. मतलब पातर जी ਦਾ ਸਡਨਲੀ ਚਲੇ ਜਾਣਾ ਲਫ਼ਜ਼ਾਂ ਵਿੱਚ ਬਿਆਨ ਨਹੀਂ ਹੋ ਸਕਦਾ, ਕਿਉਂਕਿ ਮੇਰੇ ਦੋਸਤ ਵੀ ਸੀ, ਮੇਰੇ ਕੋਲੈਬੋਰੇਟਰ ਵੀ ਸੀ ਔਰ ਕ੍ਰੀਏਟਿਵਲੀ ਇੱਕ ਹਮਸਫਰ ਵੀ ਸੀ. ਮਤਲਬ ਮੈਨੂੰ ਲੱਗਦਾ ਕਿ ਅਗਰ ਪਾਤਰ ਜੀ ਮੇਰੀ ਜ਼ਿੰਦਗੀ ਵਿੱਚ ਨਾ ਆਉਂਦਾ ਤਾਂ ਸ਼ਾਇਦ ਮੇਰਾ ਕੰਮ ਜਿਸ ਮੁਕਾਮ 'ਤੇ ਪਹੁੰਚਿਆ ਉਹ ਸ਼ਾਇਦ ਨਾ ਪਹੁੰਚ ਪਾਉਂਦਾ, ਕਿਉਂਕਿ ਜੋ ਪੰਜਾਬੀ ਉਹਨਾਂ ਨੇ ਅਨੁਵਾਦ ਵਿੱਚ ਮੈਨੂੰ ਦਿੱਤੀ ਉਹ ਇੰਨੀ ਮਲਟੀ ਲੇਅਰਡ ਔਰ ਇੰਨੀ ਕੰਪਲੈਕਸ ਜ਼ੁਬਾਨ ਸੀ. ਔਰ ਉਹਨਾਂ ਨੂੰ ਇਹ ਵੀ ਸਮਝ ਸੀ ਕਿ ਇੱਕ ਐਕਟਰ ਜਦ ਲਫ਼ਜ਼ ਬੋਲਦਾ ਹੈ ਉਹ ਲਫ਼ਜ਼ ਕਿਸ ਤਰ੍ਹਾਂ ਹੋਣੇ ਚਾਹੀਦੇ ਹੈ, ਕਿਉਂਕਿ ਨੋਵਲਿਸਟ ਔਰ ਇੱਕ ਥੀਏਟਰ ਪਲੇ ਰਾਈਟ ਵਿੱਚ ਬਹੁਤ ਅੰਤਰ ਹੈਗਾ. ਜੋ ਪਲੇ ਰਾਈਟ ਹੁੰਦਾ ਹੈ ਉਹਨੂੰ ਸਟੇਜ ਕ੍ਰਾਫਟ ਬਾਰੇ ਵੀ ਜਾਣਨ ਦੀ ਬਹੁਤ ਜ਼ਰੂਰਤ ਹੈ. ਪਾਤਰ ਨੂੰ ਇੰਟੂਟਿਵਲੀ ਪਤਾ ਸੀ ਕਿਸ ਤਰ੍ਹਾਂ ਲਫ਼ਜ਼ ਬੋਲੇ ਜਾਂਦੇ ਹੈ, ਕਦ ਰੁਕਣਾ ਚਾਹੀਦਾ ਹੈ, ਕੀ ਵਜ਼ਨ ਹੋਣਾ ਚਾਹੀਦਾ ਹੈ ਲਫ਼ਜ਼ਾਂ ਦਾ. ਤੋ ਹੀ ਵਾਜ਼ ਰੀਅਲੀ ਅ ਮਾਸਟਰ ਕ੍ਰਾਫਟਸਮੈਨ ਐਂਡ ਮਾਈ ਰਿਲੇਸ਼ਨਸ਼ਿਪ ਵਿਦ ਹਿਮ ਵਾਜ਼ ਕੁਆਇਟ ਅਦਭੁਤ, ਕਾਫੀ ਅਦਭੁਤ ਜਿਹਾ ਰਿਲੇਸ਼ਨਸ਼ਿਪ ਸੀ. ਮੈਂ ਜਦ ਪੰਜਾਬ ਆਈ, ਪਹਿਲੇ ਦਿੱਲੀ ਵਿੱਚ ਮੇਰੀ ਪੜ੍ਹਾਈ ਹੋਈ ਨੈਸ਼ਨਲ ਸਕੂਲ ਆਫ ਡਰਾਮਾ, ਫਿਰ ਮੈਂ ਬੰਬੇ ਸ਼ਾਦੀ ਹੋਈ, ਫਿਰ ਮੈਂ ਭੋਪਾਲ ਬੜੇ ਸਾਲ ਕੰਮ ਕੀਤਾ ਭਾਰਤ ਭਵਨ ਵਿੱਚ. ਜਦ ਮੈਂ ਚੰਡੀਗੜ੍ਹ ਆ ਰਹੀ ਸੀ ਆਈ ਵਾਜ਼ ਵੈਰੀ ਕਨਫਿਊਜ਼ਡ, ਕਿਉਂਕਿ ਆਈ ਵਾਜ਼ ਸੋ ਹੈਪੀ ਇਨ ਭੋਪਾਲ. ਬੀਵੀ ਕਾਰਨ ਜਿਨ੍ਹਾਂ ਨਾਲ ਮੈਂ ਬਹੁਤ ਸਾਲ ਕੰਮ ਕੀਤਾ, ਉਹਨਾਂ ਨੇ ਕਿਹਾ ਜਦ ਵੀ ਤੁਸੀਂ ਜਾਓਗੇ, ਜਿੱਥੇ ਵੀ ਜਾਓਗੇ, ਉਸੇ ਜ਼ੁਬਾਨ ਵਿੱਚ ਕੰਮ ਕਰਨਾ ਜਿਹੜੇ ਪ੍ਰਾਂਤ ਵਿੱਚ ਤੁਸੀਂ ਜਾਓਗੇ. ਨਾ ਮੈਨੂੰ ਪੰਜਾਬੀ ਆਉਂਦੀ ਨਹੀਂ ਸੀ, ਨਾ ਲਿਖਣੀ, ਨਾ ਪੜ੍ਹਨੀ, ਨਾ ਬੋਲਣੀ. ਔਰ ਪੰਜਾਬੀ ਪਰਿਵਾਰ ਤੋਂ ਹਾਂ, ਪਰ 6-7 ਸਾਲ ਬਚਪਨ ਦੇ ਸਾਡੇ ਵਲੈਤ ਵਿੱਚ ਗੁਜ਼ਾਰੇ ਗਏ. ਸੋ ਜੋ ਇੱਕ ਨੇਟਿਵ ਟੰਗ ਹੁੰਦੀ ਹੈ ਨਾ, ਜੋ ਵਟ ਯੂ ਕਾਲ ਮਦਰ ਟੰਗ, ਉਹਦਾ ਬੇਸ ਨਹੀਂ ਬਣਿਆ. ਮੇਰੇ ਫਾਦਰ ਰੋ ਰੋ ਕੇ ਕਹਿੰਦੇ ਸੀ ਬੱਚਿਓ ਪੰਜਾਬੀ ਸਿੱਖੋ, ਪੰਜਾਬੀ ਸਿੱਖੋ. ਗ੍ਰੰਥੀ ਵੀ ਘਰ ਆਉਂਦਾ ਸੀ, ਪਰ ਅਸੀਂ ਐਂਗਲੋਸਾਈਜ਼ਡ
ਸਕੂਲਾਂ ਵਿੱਚ ਪੜ੍ਹੇ, ਕਨਵੈਂਟ ਵਿੱਚ ਪੜ੍ਹੇ। ਇਟਸ ਓਨਲੀ ਜਦ ਮੈਂ ਭੋਪਾਲ ਗਈ ਮੈਨੂੰ ਤੇ NST ਵਿੱਚ ਭਰਤੀ ਹੋਈ, ਮੈਨੂੰ ਤਦ ਉਸ ਦਾ ਅਹਿਸਾਸ ਹੋਇਆ ਕਿ ਮੈਂ ਕਿੰਨਾ ਗਲਤ ਰਸਤੇ ਤੇ ਚਲੀ ਸੀ ਜ਼ੁਬਾਨ ਨੂੰ ਲੈ ਕੇ, ਪਰਫੈਕਟਿੰਗ ਇੰਗਲਿਸ਼ ਬਟ ਨਾਟ ਪਰਫੈਕਟਿੰਗ ਮਾਈ ਓਨ ਲੈਂਗੁਏਜ। ਸੋ ਹਿੰਦੀ ਤੇ ਮੈਂ ਸਿੱਖ ਲਿੱਤੀ। ਫਿਰ ਉਹ ਜਦ ਮੈਂ ਪੰਜਾਬ ਵਿੱਚ ਆਈ, it was like a journey not only into language but cultural history ਜੀ। ਕਿਉਂਕਿ ਜ਼ੁਬਾਨ ਖਾਲੀ ਲਫ਼ਜ਼ ਨਹੀਂ ਹੁੰਦੇ, ਇੱਕ ਮੈਮਰੀ ਹੁੰਦੀ ਹੈ, ਇੱਕ ਯਾਦਾਸ਼ਤ ਹੁੰਦੀ ਹੈ, ਇੱਕ ਇਡੀਅਮ ਹੁੰਦਾ ਹੈ, ਇੱਕ ਮਿਜਰੀ ਹੁੰਦੀ ਹੈ, ਇੱਕ ਕਲੋਕੀਅਲਿਜ਼ਮ ਹੁੰਦਾ ਹੈ, ਮਤਲਬ ਹਜ਼ਾਰਾਂ ਚੀਜ਼ਾਂ ਜੁੜੀਆਂ ਹੋਈਆਂ ਜ਼ੁਬਾਨ ਨਾਲ। ਔਰ ਮੈਂ ਇਹ ਕਹਿ ਸਕਦੀ ਹਾਂ ਕਿ I was really fortunate and destiny was on my side ਕਿ ਮੈਂ ਪਾਤਰ ਜੀ ਨਾਲ ਮੇਰੀ ਮੁਲਾਕਾਤ ਹੋਈ। ਔਰ ਉਹ ਮੁਲਾਕਾਤ ਵੀ ਕਾਫੀ ਦਿਲਚਸਪ ਹੋਈ ਕਿਉਂਕਿ ਇੱਕ ਦਿਨ ਮੈਂ ਡਿਪਾਰਟਮੈਂਟ ਗਈ। ਡਿਪਾਰਟਮੈਂਟ ਇੱਕ ਪਲੇ ਹੋ ਰਿਹਾ ਸੀ ਲੋਰਕਾ ਦਾ ਬਲੱਡ ਵੈਡਿੰਗ, ਅੱਗ ਦੇ ਕਲੀਰੇ। ਮੈਂ ਜਦ ਸੁਣੀ ਉਹ ਜ਼ੁਬਾਨ ਨਾ, ਕੀ ਹੁੰਦਾ ਕਿ ਤੁਸੀਂ ਭਾਵੇਂ ਜਿੰਨਾ ਮਰਜ਼ੀ ਨੱਠੋ ਕਿਸੇ ਚੀਜ਼ ਤੋਂ, ਪਰ ਕਿਤੇ ਨਾ ਕਿਤੇ ਤੁਹਾਡੇ ਅੰਦਰ ਇੱਕ ਪੂਰਾ ਆਰਕਾਈਵ ਹੈਗਾ। ਕਿਉਂਕਿ ਜੋ ਜ਼ੁਬਾਨ ਮੈਂ ਬਚਪਨ ਵਿੱਚ ਸੁਣੀ, ਮੇਰੇ ਮਾਂ ਬਾਪ ਰਾਵਲਪਿੰਡੀ ਤੋਂ ਸੀ, ਮੇਰੇ ਫਾਦਰ ਅੱਖਾਂ ਦੇ ਡਾਕਟਰ ਸੀ ਪਰ ਬਹੁਤ ਲਿਟਰੇਚਰ ਦਾ ਸ਼ੌਕ ਰੱਖਦੇ ਸੀ। ਪ੍ਰੀਤ ਲੜੀ ਦੀ ਪੂਰੀ ਫੈਮਿਲੀ ਸਾਡੀ ਫੈਮਿਲੀ ਦਾ ਐਕਸਟੈਂਸ਼ਨ ਸੀ। ਸੋ ਇਹ ਨਹੀਂ ਕਿ ਮੈਂ ਪੰਜਾਬੀ ਸੁਣੀ ਨਹੀਂ ਜਾਂ ਉਹ ਮਾਹੌਲ ਨਹੀਂ ਸੀ, ਪਰ ਡਿਨਾਇਲ ਵਿੱਚ ਸੀ ਕਿਉਂਕਿ ਕਨਵੈਂਟ ਵਿੱਚ ਆਓ ਤੇ ਤੁਸੀਂ ਬੜੇ ਆਪਣੇ ਆਪ ਨੂੰ ਐਂਗਲਿਸਾਈਜ਼ ਸਮਝਦੇ ਹੋ, ਫਾਲਸ ਵੈਲਿਊਜ਼ ਦੇ ਚੱਕਰ ਵਿੱਚ ਪੈ ਜਾਂਦੇ ਹੋ। ਸੋ ਜਦ ਮੈਂ ਉਹ ਜ਼ੁਬਾਨ ਸੁਣੀ, ਇਟ ਵਾਸ ਲਾਈਕ somebody had dropped a bomb on my head. I said, ਅਗਰ ਮੈਂ ਨਾਟਕ ਕਰਾਂਗੀ ਪੰਜਾਬੀ ਵਿੱਚ, I want to work with this writer. ਅੱਛਾ। ਬੜੀ ਮੁਸ਼ਕਿਲ ਨਾਲ, ਮਤਲਬ ਇਹਦਾ ਮਤਲਬ ਕੁਛ ਇਨਸਟਿੰਕਟ ਸੀ ਜ਼ੁਬਾਨ ਬਾਰੇ ਜੋ ਦਬੇ ਹੋਈ ਸੀ ਮੇਰੇ ਅੰਦਰ। ਤੇ ਮੈਂ ਬੜੀ ਮੁਸ਼ਕਿਲ ਨਾਲ ਪਾਤਰ ਜੀ ਦਾ ਐਡਰੈਸ ਲੱਭਿਆ ਤੇ ਮੈਂ ਇੱਕ ਇੰਗਲੈਂਡ, ਉਸ ਜ਼ਮਾਨੇ 'ਚ ਇੰਗਲੈਂਡ ਚਿੱਠੀਆਂ ਹੁੰਦੀ ਸੀ, ਮੈਂ ਇੱਕ ਇੰਗਲੈਂਡ ਵਿੱਚ ਲਿਖਿਆ, ਡੀਅਰ ਪਾਤਰ ਜੀ, ਮੈਂ ਤੁਹਾਡਾ ਪਲੇ ਦੇਖਿਆ, ਬਹੁਤ ਆਈ ਰੀਅਲੀ ਲਾਈਕਡ ਇਟ। ਅੰਗਰੇਜ਼ੀ ਵਿੱਚ ਜੋ ਵੀ ਆਈ ਰੋਟ ਇਟ, ਗ੍ਰੇਟ ਪੈਸ਼ਨ, ਪੂਰੇ ਜਨੂਨ ਨਾਲ ਮੈਂ ਉਹ ਚਿੱਠੀ ਲਿਖੀ, ਉਹ ਮੈਂ ਪੋਸਟ ਕਰ ਦਿੱਤੀ। ਭੁੱਲ ਗਈ, ਚਿੱਠੀ ਲਿਖੀ ਭੁੱਲ ਗਈ। ਅਜੇ ਮੈਂ ਸ਼ਹਿਰ ਨੂੰ ਜਾਣ ਪਹਿਚਾਣ ਵੀ ਨਹੀਂ ਹੋਈ ਸੀ। ਇਹ ਕਿਹੜਾ ਸਾਲ ਸੀ? ਇਟ ਵਾਸ 87। ਅੱਛਾ। 86 87 ਦੇ ਬਿਟਵੀਨ। ਇੱਕ ਦਿਨ ਡੋਰਬੈਲ ਰਿੰਗ ਹੁੰਦੀ ਹੈ, ਮੈਂ ਬੈਠੀ ਹੋਈ ਸੀ, ਮੈਂ ਦਰਵਾਜ਼ਾ ਖੋਲ੍ਹਿਆ, ਦੁਪਹਿਰ ਦਾ ਟਾਈਮ ਸੀ, ਮੈਂ ਦਰਵਾਜ਼ਾ ਖੋਲ੍ਹਿਆ and I saw this handsome, neat, ਸਾਫ ਸੁਥਰਾ ਸਰਦਾਰ standing there wearing a blue turban. ਅੱਛਾ। And he's carrying that inland letter in his hand. My God. And I was a complete unknown. ਮਤਲਬ ਇਹ ਨਹੀਂ ਕਿ ਮੈਂ ਕੁਝ ਕੰਮ ਕੀਤਾ ਸੀ ਜ਼ਿੰਦਗੀ ਵਿੱਚ ਕਿ ਔਰ ਪਾਤਰ ਦੀ ਕਵਿਤਾ ਨਜ਼ਰ ਲੱਗੀ ਪੰਜਾਬ ਨੂੰ, ਇਹਦੀ ਨਜ਼ਰ ਉਤਾਰੋ, ਲੈ ਕੇ ਮਿਰਚਾਂ ਕੌੜੀਆਂ, ਮਤਲਬ he was already a legend. You know, and तो मैं क्या, हाँ जी सत श्री अकाल। He said, मैं पातर जी, मैं बिल्कुल उस वक्त ना the penny didn't drop. अच्छा। So I said, हाँ जी। He said, ਤੁਸੀਂ ਮੈਨੂੰ ਇਹ ਚਿੱਠੀ ਭੇਜੀ ਸੀ। ਮੈਂ ਕਿਹਾ ਹਾਂ ਪਲੀਜ਼ ਅੰਦਰ ਆਓ, ਅੰਦਰ ਆਓ। And then we started talking, ਮੈਂ ਅੰਗਰੇਜ਼ੀ ਵਿੱਚ, ਉਹ ਪੰਜਾਬੀ ਵਿੱਚ। And he was very still, very centered, a great listener. ਪਰ ਮੈਨੂੰ ਲੱਗਦਾ ਸੀ ਮੈਂ ਜੋ ਬੋਲ ਰਹੀ ਹਾਂ, he must be thinking it's not making sense. So ਫਿਰ then I think the first play I did with him was Clytemnestra. ਅੱਛਾ। A Greek play. ਅੱਛਾ। Written by a modern playwright. ਅੱਛਾ। ਮੈਂ ਕਿਹਾ ਤੁਸੀਂ ਇਹਦਾ ਅਨੁਵਾਦ ਕਰੋ। ਉਹਨਾਂ ਨੇ ਜੋ ਗਜ਼ਬ ਦਾ ਅਨੁਵਾਦ ਕੀਤਾ। ਅੱਛਾ। ਹੌਲੀ ਹੌਲੀ ਮੇਰੀ ਵੀ ਸਮਝ ਵੱਧਦੀ ਗਈ ਯਾਨੀ ਕਿ ਉਹਨਾਂ ਦੀ ਅੰਗਰੇਜ਼ੀ ਦੀ ਵੀ ਮਤਲਬ ਜਿਹੜੀ ਸਟੱਡੀ ਸੀ ਉਹ ਅੱਛੀ ਸੀ ਬਹੁਤ। ਮਤਲਬ ਇਟ ਵਾਸ ਫੈਂਟੈਸਟਿਕ। Yeah. ਮਤਲਬ ਹੀ ਵਾਸ ਨਾਟ ਵੈਰੀ ਵੋਕਲ। ਮਤਲਬ ਉਹ he didn't carry his intellect on his shoulders. That's right. He carried himself as a poet. Yeah. But he knew, ਮਤਲਬ ਜੋ ਪਕੜ, ਉਹਨਾਂ 'ਚ ਪਕੜ ਸੀ ਨਾ, ਜੌਰ ਸੀਨ ਮੈਂ ਕੀਤਾ
मैं पहली बार ਉਹਨੂੰ ਦੇਖਿਆ ਜਦ ਮੇਰੇ ਸਾਹ ਰੁਕ ਕੇ ਲਰਜ਼ਾ ਗਈ ਮੈਂ ਕੰਮੀ ਤੇ ਕੰਮ ਕੇ ਪਥਰਾ ਗਈ ਮੈਂ the French thought that it was better than genre scenes. Yeah. You know, famous dialogues from a play. जिस तरह कुछ लफ्ज़ बहुत पॉपुलर हो जाते हैं ਉਹਨਾਂ ਦਾ ਜੋ ਅਨੁਵਾਦ ਪਾਤਰ ਜੀ ਕਰਦੇ ਸੀ ਨਾ ਅਨੁਵਾਦ ਨਹੀਂ ਸੀ ਇਟ ਵਾਸ ਅ ਕ੍ਰੀਏਟਿਵ ਐਕਟ Yeah. ਉਹਨਾਂ ਨੇ ਇੱਕ ਨਵਾਂ ਪਲੇ ਲਿਖਿਆ ਜੀ। ਉਹਨਾਂ ਨੇ ਉਹੀ ਕੈਰੈਕਟਰਸ ਨੂੰ ਲੋਰਕਾ ਦੇ ਕੈਰੈਕਟਰਸ ਨੂੰ ਯਰਮਾ ਜੱਟ ਕੀਤਾ ਸ਼ਹਿਰ ਮੇਰੀ ਦੀ ਇੱਕ ਪਾਗਲ ਔਰਤ ਜੌਨ ਜਿਰਡੂ ਉਹਨਾਂ ਨੇ ਇਸਤਰੀ ਪੱਤਰ ਕੀਤਾ ਟੈਗੋਰ ਦਾ ਉਹਨਾਂ ਨੇ ਗਿਰੀਸ਼ ਕਰਨਾ ਦਾ ਨਾਗਮੰਡਲਾ ਕੀਤਾ ਉਹਨਾਂ ਨੇ ਨਵੇਂ ਪਲੇ ਮੇਰੇ ਵਾਸਤੇ ਲਿਖੇ ਕਿਚਨ ਕਥਾ ਸਿੱਬੂ ਇਨ ਸੁਪਰਮਾਰਕੀਟ ਐਕਸੈਕਟਰਾ 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 ਲੱਗਦਾ ਸੀ ਨਵੇਂ ਨਾਟਕ ਹੈ ਉਹਨਾਂ ਨੇ ਉਹਨਾਂ ਨੂੰ ਕੈਰੈਕਟਰਸ ਨੂੰ ਇਸ ਤਰ੍ਹਾਂ ਬਿਠਾਇਆ ਉਹਨਾਂ ਦਾ ਕੰਟੈਕਸਟ ਉਹਨਾਂ ਦੀ ਸਿਚੁਏਸ਼ਨ ਉਹਨਾਂ ਦੀ ਜ਼ੁਬਾਨ he was phenomenal मतलब he would get me completely like shocked by ਕਦੇ ਜਿਸ ਤਰ੍ਹਾਂ ਸ਼ਹਿਰ ਮੇਰੀ ਦੀ ਪਾਗਲ ਔਰਤ ਕੀਤਾ 3 ਰਾਤਾਂ ਇੱਥੇ ਹੀ ਰਹੇ ਬੀਵੀ ਕਾਰਨ ਹੋਈ ਸੀ ਉਹ ਲਿਖੀ ਜਾ ਰਹੀ ਹੈ ਕਾਰਨ ਜੀ ਮਿਊਜ਼ਿਕ ਕੰਪੋਜ਼ ਕਰ ਰਹੇ ਹੈ ਜੋ ਜੁਗਲਬੰਦੀ ਬਣੀ My God. it was like ਉਸ ਵਕਤ ਰਿਕਾਰਡਰ ਨਹੀਂ ਸੀ ਫੋਨ ਨਹੀਂ ਸੀ otherwise it would be one of the most exciting documentations. Such much. He was very special. I'm really grieving for him. Yeah. मैं भी पिछे हाथ धो के पै जाती सी ना पात्र जी को काम करवाना आसान नहीं सी अच्छा. I remember when he was doing Fedra by Jean Racine. He said मैं तो कनाडा जा रहा मैं कहती कनाडा किस तरह जा रहे हो मेरे तो एक्टर्स आ रहे हैं मैं करना है प्ले he says मैं प्ले उत्ते लिखांगा then his wife was a great support I would bring her up I would say देखो लिखिया नहीं मैं की करा 5 पेज है ਅਸੀਂ 5 पेज रिहर्स कर करके थक गए हाँ then she would say आज रात ਨੂੰ मैं बैठांगी ਉਹਨਾਂ ਨਾਲ and then she would say चलो पात्र जी ਤੁਸੀਂ ट्रांसलेट करो ते ਉਹ ਲਿਖਦੇ ਸੀ अच्छा. मतलब it was like a family bonding. Yeah. 11 मई तो जो गए है मैं ये देख रही हाँ कि ठीक है हर किसी का जाना दुखदाई हुंदा है लेकिन मैं देख रही हाँ कि पात्र सर दे जान तो बाद एक हजे भी एक बहुत स्ट्रॉन्ग एक जिवें रुदन चल रहा हजे भी एक कलैक्टिव मॉर्निंग चल रही है सोशल मीडिया ਤੇ मैं अक्सर देख रही हाँ कि ਆਲਮੋਸਟ ਕੋਈ ਦਿਨ ਨਹੀਂ ਬੀਤਿਆ ਜਦੋਂ ਉਹਨਾਂ ਨੂੰ ਯਾਦ ਨਾ ਕੀਤਾ ਗਿਆ ਹੋਏ ਉਹਨਾਂ ਦੀ ਕੋਈ ਪੋਇਟਰੀ ਉੱਥੇ ਨਾ ਸ਼ੇਅਰ ਕੀਤੀ ਗਈ ਹੋਏ ਜਾਂ ਕੋਈ ਐਨੈਕਡੋਟਸ ਹੋਣ ਤੁਹਾਨੂੰ ਕੀ ਲੱਗਦਾ ਹੈ ਕਿ ਬਿਯੋਂਡ ਬੀਇੰਗ ਅ ਪੋਇਟ ਉਹਨਾਂ ਦੀ ਸ਼ਖਸੀਅਤ ਵਿੱਚ ਇਹੋ ਜਿਹੀ ਕਿਹੜੀ ਖਾਸੀਅਤ ਸੀ ਕਿ ਇੰਨਾ ਕਲੈਕਟਿਵ ਸ਼ੋਕ ਮਨਾਇਆ ਜਾ ਰਿਹਾ ਹੈ He was also such a good man. ਕਦੀ ਕਿਸੇ ਨੂੰ ਨਾਰਾਜ਼ ਨਹੀਂ ਕੀਤਾ ਜਦ ਵੀ ਕਿਸੇ ਨੇ ਬੁਲਾਇਆ ਉੱਥੇ ਚਲੇ ਗਏ ਕਦੀ ਮੈਂ ਸੋਚਦੀ ਸੀ ਅੱਜ ਬਰਨਾਲਾ ਹੈ ਕੱਲ ਮੋਗਾ ਸੀ ਹੁਣ ਲੁਧਿਆਣੇ ਆ ਗਏ ਫਿਰ ਚੰਡੀਗੜ੍ਹ ਆ ਗਏ he was always so positive you know and he never said no you know he never said no जिन्हें भी कोई कविता अपनी सुनाई उन्होंने वाह की और ਇਹ ਨਹੀਂ ਕਿ ਉਹਨਾਂ ਨੇ ਫੇਕ ਵਾਹ ਕੀਤੀ ਉਹਨਾਂ ਨੂੰ ਸਭ ਚੀਜ਼ ਵਿੱਚ ਸੁੰਦਰਤਾ ਦਿਖਦੀ ਸੀ ਮਤਲਬ ਮੈਨੂੰ ਪਤਾ ਕਿ ਇੰਨਾ ਮੁਸ਼ਕਲ ਹੁੰਦਾ ਸੀ ਕਿ ਪਾਤਰ ਜੀ ਤੁਹਾਡਾ ਪਲੇ ਹੈ ਤੁਸੀਂ ਆਓ ਤੇ ਸਹੀ ਦੇਖੋ ਤੇ ਸਹੀ ਕਦੀ ਮੈਂ ਟੈਕਸੀ ਲੁਧਿਆਣੇ ਭੇਜਦੀ ਸੀ ਔਰ ਪਾਤਰ ਜੀ ਨਹੀਂ ਆਉਂਦੇ ਸੀ एक्साइटमेंट होंदी सी कास्ट विच आज पात्र जी आनगे प्ले देखने वास्ते आई कुड अंडरस्टैंड ही वाज अ रियल आर्टिस्ट उन्होंने कम किया एंड देन ही बिकेम अ सेंट एंड वॉकड अवे या ही वुड डिटैच हिमसेल्फ इट वाज लाइक विसर्जन हो गया राइट यू नो फिर मैं मिन्नतां करदी सी पात्र जी प्लीज देखो आई रिमेंबर देन समटाइम्स व्हेन ही वाज giving a talk and he would talk about my work he would say ਮੈਨੂੰ ਉਹ ਸੀਨ ਯਾਦ ਹੈ ਕਿ ਇੱਕ ਰੇਤ ਵਿੱਚੋਂ ਇੱਕ ਗੁਲਾਬ ਦੀ ਪੰਖੜੀ ਨਿਕਲੀ a very minute scene which can get lost on the stage but Patra would have noticed that scene
I mean, like, we had no money. It wasn't a transactional relationship. अच्छा It's not that I paid him. अच्छा It was like, ਪਾਤਰ ਹੀ ਅਗਰ ਕਦੀ ਜਿਸ ਤਰ੍ਹਾਂ NST ਮੈਂ ਬਲੱਡ ਵੈਡਿੰਗ ਦੁਬਾਰਾ ਕੀਤਾ, ਪਰ ਮੈਂ ਉਹਨਾਂ ਦੇ ਪੰਜਾਬੀ ਅਨੁਵਾਦ ਤੋਂ ਹਿੰਦੀ ਵਿੱਚ ਕਰਵਾਇਆ। अच्छा ਮੈਂ ਲੋਰਕਾ ਨੇ ਤਾਂ ਸਪੈਨਿਸ਼ ਵਿੱਚ ਲਿਖਿਆ, ਫਿਰ ਉਹਦੇ ਬ੍ਰਦਰ ਨੇ ਇੰਗਲਿਸ਼ ਵਿੱਚ ਟਰਾਂਸਲੇਟ ਕੀਤਾ, ਫਿਰ ਪਾਤਰ ਜੀ ਨੇ ਪੰਜਾਬੀ ਵਿੱਚ ਕੀਤਾ, ਮੈਂ ਪੰਜਾਬੀ ਦੀ ਟਰਾਂਸਲੇਸ਼ਨ ਵਿੱਚ ਹਿੰਦੀ ਵਿੱਚ ਅਨੁਵਾਦ ਕੀਤਾ, ਕਿਉਂਕਿ ਆਈ ਡਿਡਨਟ ਗੋ ਟੂ ਦ ਇੰਗਲਿਸ਼ ਟੈਕਸਟ, ਕਿਉਂਕਿ ਮੈਨੂੰ ਇੰਨਾ ਲੱਗਦਾ ਕਿ ਜੋ ਪਾਤਰ ਜੀ ਨੇ ਪੁੱਲ ਆਊਟ ਕੀਤਾ ਹੈ ਉਹ ਹੋਰ ਕੋਈ ਨਹੀਂ ਪੁੱਲ ਆਊਟ ਕਰ ਸਕਦਾ। ਜਦ ਮੈਂ ਨਾਗਮੰਡਲਾ ਕੀਤਾ ਗਿਰੀਸ਼ ਕਰਨਾਟ ਦਾ, ਤਾਂ ਗਿਰੀਸ਼ ਐਂਡ ਕਾਰਨ ਦਾ ਮਿਊਜ਼ਿਕ ਸੀ, ਪੂਰਾ ਟੂਰ ਹੋਇਆ ਕਰਨਾਟਕਾ ਦਾ। ਗਿਰੀਸ਼ ਕਰਨਾਟ ਨੇ ਕਹਾ ਕਿ ਮੈਨੂੰ ਕਿਹਾ ਕਿ ਹੁਣ ਮੈਂ ਪੰਜਾਬੀ ਤੋਂ ਲੈ ਕੇ ਨਾ ਕੰਨੜਾ ਵਿੱਚ ਟਰਾਂਸਲੇਟ ਕਰ। ਸੱਚ ਵਾਸ ਦੀ ਆਨਰ ਹੀ imagine ਪਾਤਰ, and you know Amul also brought out a whole I saw it on Facebook that day whole banner Banner. celebrating the life of Patar. Yeah. So Patar was a great figure. He was a giant. yeah And I'm so humbled and I'm so overwhelmed that he considered it worthy to work with me. work with you. No, you are an equally you know, accomplished and such a creative human being. I'm sure he loved working with you. मतलब मैनू he used to understand it beyond what I'm saying. He used to take it another level. He would take every character to another level without making it dense. ਕਿਉਂਕਿ ਗੱਲ ਚੱਲ ਰਹੀ ਹੈ ਤੁਹਾਡੇ ਪਲੇਜ਼ ਦੀ, ਜਿਹਦੇ ਵਿੱਚ ਉਹਨਾਂ ਨੇ ਲਿਖਿਆ, ਜਿਹੜੇ ਪਲੇਜ਼ ਨੂੰ ਉਹਨਾਂ ਨੇ ਲਿਖਿਆ ਜਾਂ ਟਰਾਂਸਲੇਟ ਕੀਤਾ ਜਾਂ ਉਹਨਾਂ ਨੂੰ ਅਨੁਵਾਦ ਕੀਤਾ ਉਹਨਾਂ ਦਾ, ਜਾਂ ਪੰਜਾਬੀ ਵਿੱਚ ਉਹਨਾਂ ਨੂੰ ਇੱਕ ਨਵਾਂ ਰੂਪ ਦਿੱਤਾ, ਟੂ ਪੁੱਟ ਇਟ ਕਰੈਕਟਲੀ। ਤੁਹਾਡੇ ਤਮਾਮ ਜਿਹੜੀ ਕੋਲੈਬੋਰੇਸ਼ਨਸ ਹੈ ਉਹਨਾਂ ਵਿੱਚੋਂ ਕੋਈ ਖਾਸ ਪਲ ਤੁਹਾਡੇ ਪਲੇਜ਼ 'ਚੋਂ ਜਿਹਦੇ ਵਿੱਚ ਤੁਹਾਨੂੰ ਲੱਗਦਾ ਕਿ ਉਹਨਾਂ ਦੀ ਮਹਾਰਤ ਤੁਹਾਨੂੰ ਦਿਖੀ? ਮਤਲਬ ਮੈਂ ਤੇ ਕਹਿੰਦੀ ਹਾਂ ਹਰ ਇੱਕ ਪਲੇ ਵਿੱਚ ਕੁਝ ਬਹੁਤ ਹੀ ਅਦਭੁਤ ਔਰ ਯੂਨੀਕ ਦਿਖਾਈ ਦਿੰਦਾ ਸੀ। ਜਿਸ ਤਰ੍ਹਾਂ ਜਦ ਨਾਗਮੰਡਲਾ ਕੀਤਾ, ਇਟਸ ਅ ਵੈਰੀ complex play. It's about myth and magic and a snake who becomes a man. ਪਹਿਲੇ ਤਾਂ ਕਹਿਣ ਲੱਗੇ ਮੇਰੇ ਕੋਲ ਨਹੀਂ ਹੁੰਦਾ ਅਨੁਵਾਦ ਇਸਦਾ, ਸੱਪਾਂ ਦੀ ਕਹਾਣੀ। ਹਾਂ, ਮੈਂ ਕਿਹਾ the snake is a metaphor. It's a metaphor for desire, you know, and all that. He would say, हाँ पर you know ਸੱਪ ਆਦਮੀ ਕਿਸ ਤਰ੍ਹਾਂ ਬਣ ਜਾਂਦਾ ਹੈ। Then he said, ਹਾਂ ਹੁਣ ਮੈਂ ਸਮਝ ਗਿਆ, ਉਹ ਜੋ ਛਲਾਵਾ ਹੁੰਦਾ ਹੈ, ਛਲਾਵਾ ਦਾ ਇਮੇਜਰੀ। ਫਿਰ ਉਹਨਾਂ ਨੇ ਐਕਸਪਲੇਨ ਕਰਨ ਵਾਸਤੇ ਇੱਕ ਪੂਰਾ ਉਹਨਾਂ ਨੇ ਸੌਂਗ ਲਿਖਿਆ। ਅੱਛਾ। ਨਾ ਕਿਸੇ ਨੇ ਸੁਣੇ ਨਾ ਰੋਂਦੇ, ਨਾ ਸੁਣੇ ਨਾ ਗਾਉਂਦੇ, ਨਾ ਕਿਸੇ ਨੇ ਦੇਖੇ ਨਹੀਂ ਆਦਮ ਰੂਪ ਪਟਾਉਂਦੇ, ਇੱਛਾ ਤਾਰੀ ਨਾਗ ਦੀ ਲੋਕੋ ਅਕਸਰ ਕਥਾ ਸੁਣਾਉਂਦੇ, ਨਾਗਨੀਆਂ ਜੋ ਨਾਰਾ ਬਣੀਆਂ ਜ਼ਿਕਰ ਉਹਨਾਂ ਦੇ ਆਉਂਦੇ, ਮੈਂ ਜੋ ਨਾਗ ਹਾਂ ਨਾਗ ਨਹੀਂ ਹਾਂ, ਕਾਮ ਦਾ ਇੱਕ ਦਰਿਆ ਹਾਂ, ਮੈਂ ਕੁਦਰਤ ਹਾਂ ਕੇਵਲ ਕੁਦਰਤ ਇੱਛਾ ਦਾ ਭਰਿਆ ਹਾਂ। ਮਤਲਬ ਉਹਨਾਂ ਨੇ ਪੂਰਾ ਸਮ ਅਪ ਕਰ ਦਿੱਤਾ। ਹਾਂ, ਮਤਲਬ ਉਹਨਾਂ ਵਿੱਚ ਇੰਨੀ ਕਾਬਲੀਅਤ ਸੀ। ਇਟ ਵਾਸ ਲਾਈਕ, ਐਂਡ ਕਰਨ ਜੀ ਨੇ ਕਿਆ ਉਸਦਾ ਮਿਊਜ਼ਿਕ ਬਣਾਇਆ। ਅੱਛਾ। ਸੋ ਇੱਕ I had two greats working with, and I was sandwiched in the middle so I had to match up to them. And then it was, then there was a play of Toni Morrison's called Desdemona, which was about what happens to Othello and Desdemona after they are dead. ਅੱਛਾ। ਕਿਉਂਕਿ ਡੈਸਟੀਮੋਨਾ ਦੀ ਮੈਨੂੰ ਨਹੀਂ ਪਹਿਲੇ ਨਹੀਂ ਪਤਾ ਸੀ, 3 ਲਾਈਨਾਂ ਹੈ ਪੂਰੇ ਸ਼ੇਕਸਪੀਅਰ ਦੇ ਓਥੈਲੋ ਵਿੱਚ, ਔਰ ਓਥੈਲੋ ਦੀ 2 ਲਾਈਨਾਂ ਹੈਗੀਆਂ, ਪਰ ਇਟ ਇਜ਼ ਨੋਨ ਐਜ਼ ਓਥੈਲੋ। ਸੋ ਵਾਈ ਹੀ ਕਿਲਸ ਹਰ, ਇਟਸ ਅ ਵੈਰੀ ਮੋਟਿਵਲੈਸ ਥਿੰਗ। ਸੋ ਦੇ ਮੀਟ ਆਫਟਰ ਦੇ ਆਰ ਡੈਡ ਇਨ ਅ ਗ੍ਰੇਵਯਾਰਡ, ਔਰ ਜੋ ਚੀਜ਼ਾਂ ਉਹ ਜ਼ਿੰਦਗੀ 'ਚ ਆਪਸ ਵਿੱਚ ਨਹੀਂ ਕਹਿ ਸਕਦੇ, ਉਹ ਡੈਥ ਤੋਂ ਬਾਅਦ ਗੱਲ ਕਰਦੇ। ਮੈਨੂੰ ਆਈਡੀਆ ਬੜਾ ਅੱਛਾ ਲੱਗਿਆ, ਬਟ ਵੀ ਡਿਡਨਟ ਹੈਵ ਦ ਰਾਈਟਸ ਟੂ ਡੂ ਇਟ। ਅੱਛਾ। ਸੋ ਉਹਨਾਂ ਨੇ ਕੀ ਕੀਤਾ, ਮੈਨੂੰ ਇਹ ਵੀ ਨਹੀਂ ਪਤਾ ਸੀ ਕਿ ਡੈਸਟੀਮੋਨਾ ਦਾ ਮਤਲਬ ਹੈ, ਜਦ ਮੈਂ ਟੋਨੀ ਮੋਰਿਸਨ ਦਾ ਪੜ੍ਹਿਆ, ਇਟ ਮੀਨਸ ਟੂ ਬੀ ਇਨ ਮੂਰਨਿੰਗ, ਟੂ ਬੀ ਸੈਡ, ਅੱਛਾ, ਟੂ ਬੀ ਅਨਵਾਂਟਡ। That is the meaning of the word Desdemona. ਅੱਛਾ।
ਐਂਡ ਉਹਨਾਂ ਨੇ ਰਾਗ ਵਿਹਾਗ ਹੁੰਦਾ ਨਾ, ਉਹਨਾਂ ਨੇ ਉਹਦਾ ਨਾਮ ਵਿਹਾਗ ਰੱਖਿਆ। ਅੱਛਾ। ਔਰ ਉਹਨਾਂ ਨੇ ਓਥੇਲੋ ਨੂੰ ਆਇਰਨ ਸਮਿਥ, ਲੋਹਾਰ, ਸੋ ਉਹਨਾਂ ਨੇ ਪੂਰਾ ਹੀ ਉਸਦੀ ਆਈਡੀਆ ਲਿੱਤਾ ਪਰ ਨਵਾਂ ਪਲੇ ਬਣਾ ਦਿੱਤਾ। ਮਾਈ ਗॉड। ਜਦ ਅਸੀਂ ਕਿਚਨ ਕਥਾ ਕਰ ਰਹੇ ਸੀ, ਮੈਂ ਕਿਹਾ ਪਾਤਰ ਜੀ ਪਲੇ ਵਿੱਚ ਵਿਜ਼ੂਅਲ ਹੁੰਦਾ ਹੈ, ਪਲੇ ਵਿੱਚ ਆਡੀਓ ਹੁੰਦਾ ਹੈ, ਪਲੇ ਵਿੱਚ ਟੈਕਟਾਈਲ ਹੁੰਦਾ ਹੈ, ਪਰ 올ਫੈਕਟਰੀ ਕਦੀ ਨਹੀਂ ਹੋਇਆ, ਸਮੈਲ ਨਹੀਂ ਆਈ। ਮੈਂ ਪਲੇ ਕਰਨਾ ਚਾਹੁੰਦੀ ਹਾਂ ਖਾਣ ਪੀਣ ਉੱਤੇ ਔਰ ਰੈਸਿਪੀਜ਼ ਉੱਤੇ। ਸੋ I kept on saying ਕੁਝ ਲਿਖੋ ਨਾ, ਕੁਝ ਦੱਸੋ ਨਾ, ਮਿਲੋ ਨਾ। ਮੈਂ ਲੁਧਿਆਣੇ ਆ ਜਾਂਦੀ ਹਾਂ, ਤੁਸੀਂ ਕਦ ਚੰਡੀਗੜ੍ਹ ਆ ਰਹੇ ਹੋ, ਪਲੀਜ਼ ਆ ਜਾਓ, ਲੈਟਸ ਹੈਵ ਅ ਡਿਸਕਸ਼ਨ। ਵਨ ਡੇ ਗੋਟ ਸੋ ਫੈਡ ਅਪ, ਹੀ ਸੈਡ ਮੇਰੇ ਖਿਆਲ ਕਲਮ ਨਹੀਂ ਚਾਹੀਦੀ ਇਹਦੇ ਵਾਸਤੇ, ਕੜਛੀ ਚਾਹੀਦੀ ਹੈ। ਕਿਉਂਕਿ ਮੈਂ ਬਾਰ-ਬਾਰ ਕਹਿੰਦੀ ਸੀ ਕਿ ਮੈਨੂੰ ਇਹੋ ਜਿਹਾ ਪਲੇ ਚਾਹੀਦਾ ਜਿਹਦੇ 'ਚ ਖੁਸ਼ਬੂਆਂ ਆਉਣ, ਮਿਰਚਾਂ ਦੀਆਂ, ਲਸਣ ਦੀਆਂ, ਹਰੇ ਧਨੀਏ ਦੀਆਂ। ਐਨੀ ਵੁੱਡ ਸੇ ਫਿਰ ਤੁਸੀਂ ਮੈਨੂੰ ਕੜਛੀ ਲਿਆ ਦਿਓ, ਇਹ ਕਲਮ ਨਾਲ ਤੇ ਲਿਖੀ ਨਹੀਂ ਜਾ ਸਕਦੀ। ਦੈਨ ਆਈ ਫਾਊਂਡ ਸਰਟਨ ਸਟੋਰੀਜ਼ ਔਨ ਫੂਡ ਐਂਡ ਕੁਕਿੰਗ। ਫਿਰ ਉਹਨਾਂ ਨੇ ਨਵਾਂ ਪਲੇ ਬਣਾਇਆ ਕਿਚਨ ਕਥਾ, ਔਰ ਬਹੁਤ ਹੀ ਖੂਬਸੂਰਤ ਪਲੇ ਸੀ। ਆਈ ਹੈਵ ਸੀਨ ਇਟ। ਤੁਸੀਂ ਰੌਕ ਗਾਰਡਨ 'ਚ ਵੀ ਕੀਤਾ ਸੀਗਾ? ਹਾਂਜੀ। So we've had a wonderful collaboration. Stories are immense. I could write a book on him. Yeah. But I don't feel like writing an obituary. Many people have asked me, newspapers, कि तुसी लिखो obituary पातर जी. I don't want to. I don't want to remember him as past. Yeah. He's too alive at the moment in my... He's too alive. Actually, that is I think I feel that everywhere. We are not wanting to let go of him. ਅਸੀਂ ਉਹਨਾਂ ਦਾ ਹੱਥ ਛੱਡਣਾ ਨਹੀਂ ਚਾਹੁੰਦੇ ਹਜੇ. It's just too early and it's too recent a wound. It's going to take a long time. ਤੁਸੀਂ ਖੁਦ ਆਪਣੀ ਇੰਟਰਵਿਊਜ਼ ਵਿੱਚ ਕਿਹਾ, ਹੁਣੇ ਵੀ ਤੁਸੀਂ ਕਿਹਾ ਕਿ ਉਹਨਾਂ ਨੇ ਤੁਹਾਨੂੰ ਇੱਕ ਤਰ੍ਹਾਂ ਨਾਲ ਪੰਜਾਬੀਅਤ ਨਾਲ ਇੰਟਰੋਡਿਊਸ ਕਰਾਇਆ, ਜੋੜਿਆ। ਹੁਣ ਜਦੋਂ ਤੁਸੀਂ ਇੰਨੇ ਸਾਲ ਹੋ ਗਏ, ਤੁਸੀਂ ਪੰਜਾਬੀ ਲੈਂਗੁਏਜ ਨੂੰ ਸਮਝਣ ਲੱਗ ਗਏ ਹੋ, ਪੰਜਾਬੀ ਦੀ ਜਿਹੜੀ ਖੁਸ਼ਬੂ ਹੈ, ਉਹਦੀ ਫੈਬਰਿਕ ਹੈ, ਉਹਦੀ ਛੂਹਣ ਹੈ, ਉਹਦਾ ਜਿਹੜਾ ਸੰਗੀਤ ਹੈ, ਤੁਹਾਨੂੰ ਸਮਝ ਆਉਣ ਲੱਗ ਗਿਆ ਹੈ, ਖਾਸ ਕਰਕੇ ਪਾਤਰ ਸਾਹਿਬ ਨਾਲ ਕੰਮ ਕਰਕੇ। ਤੁਹਾਨੂੰ ਕੀ ਲੱਗਦਾ ਕਿ ਉਹਨਾਂ ਦੀ ਭਾਸ਼ਾ ਦੀ ਖਾਸੀਅਤ ਕੀ ਸੀ? ਇੱਕ ਤੇ ਉਹ ਬੋਲਣ ਵਿੱਚ ਬਹੁਤ ਆਸਾਨ ਸੀ ਐਕਟਰ ਵਾਸਤੇ, ਪਲੱਸ ਜੋ ਉਹਨਾਂ ਨੇ ਡਰਾਮੇਟਾਈਜੇਸ਼ਨ ਕੀਤੀ, ਸ਼ਾਰਟ ਸਟੋਰੀਜ਼ ਦੀ ਵੀ ਕੀਤੀ, ਜਿਸ ਤਰ੍ਹਾਂ ਸਿਬੂ ਇਨ ਸੁਪਰਮਾਰਕੀਟ ਇੱਕ ਸ਼ਾਰਟ ਸਟੋਰੀ ਸੀ, ਅਨਪੋਸਟਡ ਲੈਟਰ ਸ਼ਾਰਟ ਸਟੋਰੀ ਸੀ, ਇਸਤਰੀ ਪੱਤਰ ਟੈਗੋਰ ਦੀ ਸ਼ਾਰਟ ਸਟੋਰੀ ਸੀ। ਉਹ ਉਹਨਾਂ ਦੀ ਭਾਸ਼ਾ ਵਿੱਚ ਨਾ ਇੱਕ ਇਮੇਜ ਹੀ ਬਣਦੀ ਸੀ। ਲਫ਼ਜ਼ ਇੱਕ ਇਮੇਜ, ਇੱਕ ਇਮੋਸ਼ਨ ਦਾ ਇੰਪਲਸ ਸੀ ਉਸ ਭਾਸ਼ਾ ਵਿੱਚ, ਵਿਚ ਇਜ਼ ਵੈਰੀ ਰੇਅਰ ਇਨ ਥੀਏਟ੍ਰੀਕਲ ਲੈਂਗੁਏਜ। ਤੁਸੀਂ ਵੱਡੇ ਵੱਡੇ ਰਾਈਟਰਸ ਨੂੰ ਪੜ੍ਹੋ, ਪਲੇ ਰਾਈਟਸ ਨੂੰ ਪੜ੍ਹੋ, ਪਰ ਜੋ ਪਾਤਰ ਜੀ ਦੀ ਜ਼ੁਬਾਨ ਵਿੱਚ ਸੀ ਨਾ, ਯੂ ਇਮੀਡੀਏਟਲੀ ਨਿਊ ਦੈਟ ਲਫ਼ਜ਼ਾਂ ਦੇ ਪਿੱਛੇ ਇੱਕ ਇਮੇਜ ਹੈ, ਇੱਕ ਸਾਊਂਡ ਹੈ, ਇੱਕ ਜਜ਼ਬਾਤ ਹੈ, ਇੱਕ ਸੰਗੀਤ। ਤੇ ਮਾਸ਼ਾਅੱਲਾ ਯੂ ਨੋ ਉਹਨਾਂ ਨੇ ਇੰਨੇ ਗਾਣੇ ਲਿਖੇ ਕਿ ਜੋ ਅਜੇ ਤੱਕ ਗਾਣੇ ਖਾਲੀ ਮੇਰੇ ਕੋਲ ਹੈਗੇ ਹੈ। ਯੂ ਨੋ ਸ਼ੇਰ ਮੇਰੀ ਦੀ ਪਾਗਲ ਔਰਤ ਵਿੱਚ 8 ਪੇਜਸ ਬਹੁਤ ਵਰਡੀ ਪਲੇ ਸੀ। ਮੈਂ ਕਿਹਾ ਆਈ ਲਾਈਕ ਦ ਕਨਸੈਪਟ ਆਫ ਦ ਪਲੇ, ਪਰ ਲਫ਼ਜ਼ ਬਹੁਤ ਜ਼ਿਆਦਾ ਹੈ। ਤੁਸੀਂ 8 ਪੇਜ ਜਿਹੜੇ ਹੈ ਨਾ, ਕਹਿਣਾ ਇਹ ਚਾਹੁੰਦੇ ਹੈ। ਹੀ ਯੂਜ਼ ਜੁਗਨੀ, ਇੰਨੇ ਗਾਣੇ ਉਹਨਾਂ ਨੇ ਲੋਕਲ ਜਿਹੜੇ ਸੀ ਉਹਨਾਂ ਨੇ ਇਸਤੇਮਾਲ ਕੀਤੇ, ਬਟ ਇਨ ਅ ਕੰਪਲੀਟਲੀ ਕੰਟੈਂਪਰਰੀ ਮੈਨਰ। ਹੀ ਵਾਜ਼ ਅ ਕੰਪਲੀਟ ਮਾਡਰਨ, he was a postmodern artist. He was rooted in Punjab, but he was not old fashioned or conventional. He was not bound by canons. उन्होंने English ਵਿੱਚ ਵੀ ਲਿਖੇ ਗਾਣੇ, उन्होंने rap ਵਿੱਚ ਵੀ ਲਿਖੇ ਹੈ, उन्होंने ਅੱਜ ਮੇਰੇ ਕੋਲੋਂ ਕੱਚ ਦਾ ਗਲਾਸ ਟੁੱਟਿਆ ਤੇ ਮੇਰੀ ਅਮੜੀ ਨੇ ਤੇ you know, so he could also do that rhythm he could, so he was always evolving.
Yeah, he was always. He was on not the road. static. That's right. I think he stayed relevant till today. I mean, he stays relevant. Absolutely. I mean, he moved with the times. I don't think he moved with the times. He responded to the times. To the times. That's right. You know, he responded and he reacted. He wasn't stuck. I mean, for him, I would have been a bit unusual, no? Because I didn't represent that Punjabiyat 35 years ago. मतलब 35 years the collaboration थी, मैं गल कर रही हूँ. But he had a magical pen. Yeah. And he was so inspiring. ਅੱਛਾ ਇਹ ਤਾਂ ਹੋ ਗਈ ਨਾ ਕਿ ਚਲੋ ਇਹ ਤਾਂ ਉਹਨਾਂ ਦੀ ਜੋ ਇੰਟੈਲੈਕਚੁਅਲ ਤੁਹਾਡੇ ਨਾਲ ਕੋਲੈਬੋਰੇਸ਼ਨ ਹੈ ਇਹ ਤਾਂ ਬਹੁਤ ਹੀ ਖਾਸ ਹੈ, ਇਹਦਾ ਤਾਂ ਸਪੇਸ ਹੀ ਆਪਣਾ ਹੈ. ਪਰ ਜਦੋਂ ਅਸੀਂ ਕਿਸੇ ਨੂੰ ਇਨਸਾਨ ਬਾਰੇ ਸੋਚਦੇ ਹਾਂ ਜਾਂ ਉਹਨੂੰ ਯਾਦ ਕਰਨ ਦੀ ਕੋਸ਼ਿਸ਼ ਕਰ ਰਹੇ ਹੁੰਦੇ ਹਾਂ ਤਾਂ ਕੁਝ ਛੋਟੇ ਛੋਟੇ ਪਲ ਹੁੰਦੇ ਆ, ਭਾਵੇਂ ਉਹ ਇੱਕ ਛੋਟਾ ਜਿਹਾ ਗੇਜ਼ ਹੀ ਹੋਵੇ, ਕਿਸੇ ਤਰੀਕੇ ਨਾਲ ਕੁਝ ਬੋਲਿਆ ਹੋਏ ਉਹਨਾਂ ਨੇ ਜਾਂ ਕੋਈ ਗੱਲ ਕਹੀ ਹੋਏ, ਇਹ ਮੈਮੋਰੀਜ਼ ਹੁੰਦੀਆਂ ਜਿਹੜੀਆਂ ਕਿ ਨਾ ਦੇ ਪੌਪ ਅਪ ਯੂ ਨੋ ਦ ਮੋਮੈਂਟ ਯੂ ਥਿੰਕ ਅਬਾਊਟ ਅ ਪਰਸਨ. Can you share any special things, any special moments you spent with him, any special things which left an impression on you? Well, I only know that I used to talk and he used to listen. Acha. And I used to keep on thinking, I hope he's understanding what I'm saying. There was a formality about him. He was a formal, he was formal. Right. By formal, I mean, there was a protocol. I don't know how to explain it more elegantly, but Right. there was a kind of aura about him. Yeah. There was a kind of there was a I mean, I just spoke to him some time ago and I said, Pata ji, ਤੁਸੀਂ ਇੰਨਾ ਚੰਡੀਗੜ੍ਹ ਆਉਂਦੇ ਹੋ ਆਰਟਸ ਕਾਉਂਸਲ, ਮੇਰੇ ਕੋਲ ਆਣ ਕੇ ਰੋਟੀ ਖਾਓ, ਅਗਲੀ ਦਫਾ ਮੈਂ ਆਵਾਂਗੇ ਜ਼ਰੂਰ ਆਵਾਂਗਾ. Acha. But he was so busy. Yeah. ਅੱਛਾ ਇੱਕ ਚੀਜ਼ ਜੋ ਮੈਮ ਮੈਂ ਜਦੋਂ ਤੁਹਾਡੇ ਬਾਰੇ ਸੋਚਦੀ ਹਾਂ ਔਰ ਜਦੋਂ ਪਾਤਰ ਸਰ ਬਾਰੇ ਸੋਚਦੀ ਹਾਂ, ਇੱਕ ਚੀਜ਼ ਜੋ ਮੈਨੂੰ ਬਹੁਤ ਖਾਸ ਲੱਗਦੀ ਹੈ ਕਿਉਂਕਿ ਮੈਂ ਤੁਹਾਨੂੰ ਵੀ ਇੰਨੇ ਸਾਲਾਂ ਤੋਂ ਜਾਣਦੀ ਹਾਂ. ਵਿਦ ਦ ਈਅਰਸ ਹਰ ਇਨਸਾਨ 'ਚ ਕੋਈ ਚੇਂਜਸ ਆਉਂਦੀਆਂ ਹੈ, ਲੇਕਿਨ ਇੱਕ ਚੀਜ਼ ਜੋ ਮੈਂ ਤੁਹਾਡੇ 'ਚ ਵੀ ਓਬਜ਼ਰਵ ਕੀਤੀ ਹੈ ਔਰ ਉਹਨਾਂ ਵਿੱਚ ਵੀ ਇਹੀ ਦੇਖੀ ਕਿ ਹੀ ਵਾਸ 77. ਉਸ ਉਮਰ ਤੱਕ ਆਪਣੀ ਸਿੰਪਲਿਸਿਟੀ ਨੂੰ, ਆਪਣੀ ਇਨੋਸੈਂਸ ਨੂੰ, ਆਪਣੀ ਪਿਓਰਿਟੀ ਨੂੰ ਤੇ ਆਪਣੀ ਸੈਂਸਿਟਿਵਿਟੀ ਨੂੰ ਇਸ ਦੁਨੀਆ 'ਚ ਵਿਚਰਦੇ ਹੋਏ ਇੰਨੇ ਹਾਈ ਲੈਵਲ ਤੱਕ ਜ਼ਿੰਦਾ ਰੱਖਣਾ, ਉਹਨੂੰ ਨਾ ਸਿਰਫ ਜ਼ਿੰਦਾ ਰੱਖਣਾ, ਉਹਦੀ ਮਿਸਾਲ ਬਣਨਾ, ਐਥਿਕਸ ਦੀ ਮਿਸਾਲ ਬਣਨਾ, ਇਹ ਜਿੰਨਾ ਆਸਾਨ ਲੱਗਦਾ ਹੈ ਉਨਾ ਈਜ਼ੀ ਹੈ ਨਹੀਂ. ਮਤਲਬ ਖਾਸ ਕਰਕੇ if you look at the times that we are living in and the kind of pollution that has entered our lives. ਮੈਨੂੰ ਇਹ ਦੱਸੋ ਕਿ ਤੁਸੀਂ ਔਰ ਈਵਨ ਪਾਤਰ ਸਰ ਤੁਹਾਨੂੰ ਕੀ ਲੱਗਦਾ ਕਿ ਕਿਹੜੀਆਂ ਚੀਜ਼ਾਂ ਤੋਂ ਆਪਣੇ ਆਪ ਨੂੰ ਬਚਾ ਕੇ ਰੱਖਿਆ ਔਰ ਕਿਸ ਤਰ੍ਹਾਂ ਬਚਾ ਕੇ ਰੱਖਿਆ? I think I won't talk about myself. I'll talk about Pathar ji. He never compromised. ਕਦੀ ਉਹਨਾਂ ਨੇ compromise ਨਹੀਂ ਕੀਤਾ. ਉਹਨਾਂ ਨੇ ਜੋ ਵਿਸ਼ਵਾਸ ਸੀ ਉसी ਰਾਹ ਤੇ ਚਲੇ. That is the sign of an artist. ਕਲਾਕਾਰ ਹੋਣਾ ਮਤਲਬ ਇੱਕ ਕਲਾ ਦੀ ਜ਼ਿੰਦਗੀ ਜੀਣਾ. ਤੁਹਾਡੇ ਥਾਟਸ ਵੀ ਤੁਹਾਡੇ ਕਲਾ ਨਾਲ ਜੁੜਨੇ ਚਾਹੀਦੇ ਹੈ. I know today we live in a very murky world. Yeah. Where people are compromising at the drop of a hat. That's right. For awards or for governmental gifts or for trips abroad or whatever the benefits are. But I think Pathar ji got all that without compromising. या ਤੁਹਾਡੀ ਫਿਤਰਤ ਹੈ ਜਾਂ ਤੁਹਾਡੀ ਫਿਤਰਤ ਉਹ ਹੈ. Right. You know, ਅਗਰ ਤੁਹਾਡੀ ਫਿਤਰਤ ਉਹ ਹੈਗੀ ਹੈ ਤਾਂ ਤੁਸੀਂ ਪਾਤਰ ਨਹੀਂ ਬਣ ਸਕਦੇ. ਜਿਸ ਤਰ੍ਹਾਂ ਮੈਂ ਇਹਨਾਂ ਦੇ I'd gone for his memorial service at the Arts Council. ਸਭ ਨੇ ਇਹੋ ਕਿਹਾ ਕਿ ਪਾਤਰ ਦੇ ਹਾਣ ਦਾ ਕੋਈ ਕਵੀ ਨਹੀਂ ਦਿਖ ਰਿਹਾ ਪੰਜਾਬ ਵਿੱਚ. ਕਿਉਂ? ਕਿਉਂਕਿ he was an innocent. You have to be innocent. Yes. You have to be curious and innocent. He Yeah. had both these qualities. Yes. I'll come back to the grief part of it again. You know, ਇਹ ਜਿਹੜਾ collective grief ਹੈ, ਇੱਕ ਰੂਦਨ ਹੈ ਸਾਡੇ ਅੰਦਰ. ਤੁਹਾਡੀ ਜ਼ਿੰਦਗੀ 'ਚ ਹੁਣੇ ਕੁਝ ਸਾਲ ਪਹਿਲਾਂ you lost your partner, your husband, you know, you were very close to him, ਪੁਸ਼ੀ ਜੀ. ਤੇ ਹੁਣ ਤੁਹਾਡੇ ਇੱਕ ਦੋਸਤ, you have worked so closely with him.
ਵਕਤ ਨੇ ਤੁਹਾਨੂੰ ਗ੍ਰੀਫ ਨੂੰ ਕਿਸ ਤਰ੍ਹਾਂ ਹੈਂਡਲ ਕਰਨਾ ਸਿਖਾਇਆ ਹੈ? ਬਿਕੋਜ਼ ਯੂ ਸੈਡ ਇੱਕ ਇੰਟਰਵਿਊ ਵਿੱਚ ਕਿ ਜਦੋਂ when your husband went, you know, you're not trained for grief. You don't know how to handle it. You're taken aback. ਕਿਸ ਤਰ੍ਹਾਂ ਨਾਲ ਇਨਸਾਨ ਇਹਨੂੰ ਡੀਲ ਕਰੇ? There's no singular way to deal with grief. You have to go through 7 stages of grieving. There's guilt, there's regret, there is denial, there is anger. मतलब पूरे तो नवरस ना आप मतलब नवरस विचों पास करते हो. There's bewilderment. So it is very much part of something that makes you conscious of mortality. But one thing I've noticed after my husband passed away, I've become very detached. Because I've seen the grief of attachment. Yes. So now I'm not attached to things, I'm not attached to money, I'm not attached to success or failure, I'm not attached to anyone. Yeah. I'm accountable and I feel responsible, but I don't feel attached. I don't know how to explain. Suddenly something has snapped because you're conscious of mortality. Look at the way Pataj died. He died like a saint. My husband died like a saint. Exactly like Pataji. Yeah. It's just that he was 72, which was very young. Yeah. And no, it was very difficult because he only said to me, be an artist, do whatever you like. And he took care of everything, the painting of the house, the bank work, the taxes, ਮੈਨੂੰ ਤਾਂ ਇਹ ਵੀ ਨਹੀਂ ਪਤਾ ਸੀ club bills ਕੀ ਹੁੰਦੇ ਹੈ ਤੇ property tax ਕੀ ਹੁੰਦਾ ਹੈ. Everything was looked after by him. ਮੈਨੂੰ ਤੇ ਆਪਣੀ company, theatre company ਦੇ taxes ਬਾਰੇ ਨਹੀਂ ਪਤਾ ਸੀ. So suddenly it was like a mountain fell over my head. ਜੀ. So what do? You just pick up everything and you put it on your back, like you're carrying a mountain on your back, and you either go into that lamentation mode, ke hi, or you say, okay, I'm still alive, so I have to deal with these things. So let me deal with it. But everything becomes unfamiliar. One moment everything is okay. Yeah. In 1 second everything changes. Yeah. It's a shock to the body, to the spirit, to the soul, to the mind, to the emotions, that where suddenly the familiar becomes unfamiliar. Yeah. And then you've lost a companion. So you have nobody to talk to, share annoyances of living, share annoyances of... And he was also a very good creative assessor. If I did a scene, I said, I'm not happy with that scene. Just come quietly and tell me what you think about it. So he would say, I think it's working quite well, maybe it needs whatever he had to say. Yeah. So matlab, both levels this sada sambandh si. Right. But loss has become part of my life. I lost Dr. Goswami, who was my teacher. I lost Patarji, which has been a shock to my system. What do you do? Yeah. ਇਹਦੇ ਵਿੱਚ ਇੱਕ ਕਲਾਕਾਰ ਨੂੰ So death becomes a reality. It's like you become conscious of your own death. Yeah. You're all the time conscious that you're living side by side with death. Right. You're acutely aware of Yeah. it. It's like every moment you eat and you feel, I sometimes feel, will I wake up and, after Pataji's, I tell my kids, you better be nice to me, I might not be there in the morning. It's like, how much shocks can you give to your system? Yeah. So is sare darkness which is sare term, I have seen you, I have came and met you when you were going through you were passing through this dark tunnel of grief when you lost your husband. ਮੈਂ ਉਦੋਂ ਆ ਕੇ ਤੁਹਾਨੂੰ ਮਿਲੀ ਸੀ ਐਂਡ ਮੈਨੂੰ ਸਮਝ ਨਹੀਂ ਆ ਰਿਹਾ ਸੀ ਮੈਂ ਤੁਹਾਨੂੰ ਕੀ ਕਹਾਂ. You feel so helpless ਕਿ ਤੁਸੀਂ ਕੀ ਕਰ ਸਕਦੇ ਹੋ and you are too aware a human being ਕਿ you will be easily assuaged with things that we would generally say. ਇਹਦੇ ਵਿੱਚ ਤੁਹਾਨੂੰ ਲੱਗਦਾ ਕਿ ਤੁਹਾਡੀ ਜਿਹੜੀ ਕਲਾ ਹੈ ਇਹ ਕਿਤੇ ਨਾ ਕਿਤੇ ਇੱਕ ਹੇਵਨ ਹੈ, ਇੱਕ ਤੁਹਾਨੂੰ ਬਚਾ ਕੇ ਰੱਖਿਆ ਉਹਨੇ ਜਾਂ ਤੁਹਾਨੂੰ ਉਹਦੇ ਚੋਂ ਉਬਾਰਿਆ ਹਮੇਸ਼ਾ? I think so. Because I remember the Goswami said, start working. And then they would come and sit with me. They got the actors together,
my theatre people. I started working 8 months later or 9 months later. And yeah, I think yes, work is a great ointment for the soul. I often wonder, ਮੈਨੂੰ ਲੱਗਦਾ ਕਿ ਇਵੈਂਚੁਅਲੀ ਜ਼ਿੰਦਗੀ 'ਚ ਇੱਕ ਪੁਆਇੰਟ ਤੇ ਆ ਕੇ ਇਨਸਾਨ ਇਕੱਲਾ ਰਹਿ ਜਾਂਦਾ ਹੈ। ਫਿਰ ਵੱਡੇ ਕੁਐਸਚਨਸ ਉਹਨੇ ਸਾਹਮਣੇ ਆ ਕੇ ਖੜੇ ਹੁੰਦੇ ਆ ਕਿ ਵੀ ਮੈਂ ਇਸ ਦੁਨੀਆ 'ਚ ਕੀ ਕਰਨਾ ਹੈ ਐਕਚੁਅਲੀ। ਕਿਤੇ ਕਦੇ ਨਾ ਕਿਤੇ ਮੋਟੀਵੇਸ਼ਨ ਚਲੀ ਜਾਂਦੀ ਹੈ, ਇਨਸਪੀਰੇਸ਼ਨ ਟੂ ਵਰਕ ਚਲੀ ਜਾਂਦੀ ਹੈ। ਹੈਵ ਯੂ ਫੇਸ ਦੋਸ ਕੁਐਸਚਨਸ ਕਿ No, I don't face those questions. Whatever questions I have, I define it through my work. ਦੈਟਸ ਵੰਡਰਫੁਲ। My work becomes a space where all the subterranean questioning is unraveled, analyzed, dissected, investigated. मतलब ਤੁਸੀਂ ਖੋਦਦੇ ਹੋ ਕੰਮ ਦੇ ਜ਼ਰੀਏ। ਹਾਂ, that's great. मैं कमरे 'ਚ बैठ के नहीं सोचती मैं क्यों आई हाँ इस दुनिया ਵਿੱਚ, मेरा मकसद की है, मैं की करना चाहती हाँ। Those existentialist questions have never confronted me You're blessed. That's great. because I feel that theatre has given me the space to answer and to interrogate all the uncertainties of my life. Yeah, and face them also. Not face them, but just to understand them. Right. ਫੇਸ ਤੇ ਕਰਨਾ ਹੀ ਪੈਂਦਾ ਨਾ, ਭੱਜ ਤੇ ਸਕਦੇ ਨਹੀਂ ਤੁਸੀਂ ਬਿਲਕੁਲ ਕਿੱਥੇ। ਬਿਲਕੁਲ। ਤੁਹਾਡੇ ਸਾਹਮਣੇ ਕੋਈ ਚੀਜ਼ ਹੋ, ਤੁਸੀਂ ਕਿਤੇ ਨਾ ਕਿਤੇ ਕੋਈ ਸੋਲੂਸ਼ਨ ਤੇ ਨਿਕਾਲੋਗੇ ਨਾ। ਰਾਈਟ। ਇੱਕ ਸੁਸਾਇਟੀ ਵਾਸਤੇ ਆਰਟਿਸਟ ਔਰ ਉਹਦਾ ਆਰਟ, ਇੱਕ ਸੁਸਾਇਟੀ ਔਰ ਉਹਦੇ ਕਲਚਰ ਵਾਸਤੇ ਬਹੁਤ ਇੰਪੋਰਟੈਂਟ ਹੈ। ਇਹ ਕਹਿਣ ਦੀ ਤਾਂ ਲੋੜ ਹੀ ਨਹੀਂ ਹੈ, ਮਤਲਬ ਦਿਸ ਇਜ਼ ਆਫ ਕੋਰਸ ਦ ਟਰੂਥ। ਤੁਹਾਨੂੰ ਲੱਗਦਾ ਕਿ ਪੰਜਾਬ ਖਾਸ ਕਰਕੇ ਆਪਣੇ ਕਲਾਕਾਰਾਂ ਦੀ ਲੈਗੇਸੀ ਨੂੰ ਸਾਂਭ ਸਕਦਾ ਹੈ, ਸਾਂਭਦਾ ਆਇਆ ਹੈ, ਸਾਂਭਣ ਦਾ ਮਾਦਾ ਰੱਖਦਾ ਹੈ? मुश्किल सवाल है क्योंकि governments are very scared of culture, they're very scared of artists. Why? क्योंकि आर्टिस्ट कितने ना कितने एक शीशा ਅੱਗੇ ਰੱਖਦੀ ਹੈ ਨਾ ਸਮਾਜ ਬਾਰੇ। ਇਸੇ ਕਰਕੇ ਸਭ ਤੋਂ ਪਹਿਲੇ ਆਰਟ ਦੇ ਫੰਡਸ ਘੱਟ ਹੁੰਦੇ ਹੈ, ਆਰਟ ਵਿੱਚ ਇੰਟਰਫੇਰੈਂਸ ਹੁੰਦੀ ਹੈ। ਤੁਸੀਂ ਜਿਹੜਾ ਵੀ ਬਹੁਤ ਵੱਡਾ ਕਲਾਕਾਰ ਹੋਏਗਾ, ਅੱਛਾ ਕਲਾਕਾਰ, ਕੁਐਸਚਨਿੰਗ ਕਲਾਕਾਰ, ਤੁਸੀਂ ਉਹਨੂੰ ਨੌਕਰੀ ਨਹੀਂ ਦੇਵੋਗੇ, ਭਾਵੇਂ ਡਾਂਸ ਡਿਪਾਰਟਮੈਂਟ ਹੋਏ ਜਾਂ ਥੀਏਟਰ ਡਿਪਾਰਟਮੈਂਟ ਹੋਏ ਜਾਂ ਐਨਐਸਟੀ ਹੋਏ ਜਾਂ ਜੋ ਵੀ ਹੋਏ। ਇੱਕ ਵਕਤ ਸੀ ਜਦ you wanted the best in the institution during Nehruvian times. You wanted Alkazi Saab ਨੂੰ 35 ਵਿੱਚ ਉਮਰ ਵਿੱਚ ਉਹਨਾਂ ਨੇ ਹੈਡ ਬਣਾ ਦਿੱਤਾ ਇੱਕ ਨਵੇਂ ਇੰਸਟੀਟਿਊਸ਼ਨ ਦਾ। ਪਰ ਅੱਜ ਕੱਲ੍ਹ ਤੁਸੀਂ ਨਹੀਂ ਚਾਹੁੰਦੇ ਕਿ ਉਹ ਜਿਹੇ ਸਟੂਡੈਂਟਸ ਆਉਣ ਜੋ ਪ੍ਰਸ਼ਨ ਪੁੱਛਣ, ਜੋ ਤੁਹਾਨੂੰ ਅਨਕੰਫਰਟੇਬਲ ਫੀਲ ਕਰਵਾਉਣ ਕਿ ਜੋ ਚੀਜ਼ਾਂ ਹੋ ਰਹੀਆਂ ਉਹ ਠੀਕ ਨਹੀਂ ਹੈ। ਸੋ ਆਰਟ ਇਜ਼ ਅ ਵੈਰੀ ਡੇਂਜਰਸ ਸਪੇਸ। जैसे बर्टोल्ट ब्रेख्ट भी कहते हैं ना, art is not a mirror that shows society, but it's a hammer to shape it. So when ਤੁਸੀਂ ਕਿਸੇ ਦੇ ਹੱਥ ਵਿੱਚ ਹਥੌੜੀ ਦੇ ਦਿੱਤੀ to shape the minds and thoughts of young people, it becomes not acceptable. Yeah. So I mean Punjab ਜੋ ਮੈਂ ਦੇਖਿਆ they are okay with traditional arts. ਬਟ ਕੰਟੈਂਪਰਰੀ ਆਰਟਸ ਔਰ ਮੋਡਰਨਿਟੀ ਬਾਰੇ ਮੇ ਵਿੱਚ ਮੇਰੇ ਖਿਆਲ ਉਹਨਾਂ ਨੂੰ ਉਹ ਰਸਤਾ ਹੀ ਧੁੰਦਲਾ ਜਿਹਾ ਲੱਗਦਾ ਹੈ। ਆਈ ਡੋਂਟ ਥਿੰਕ ਆਈਵ ਐਵਰ ਗॉट ਸ਼ੋਜ਼ ਇਨ ਪੰਜਾਬ। ਰਾਈਟ। ਤੇ ਜਿਵੇਂ ਹੁਣ ਸੁਜੀਤ ਪਾਤਰ ਸਰ ਗਏ ਹੈ, ਚਲੋ ਫੋਰਚੂਨੇਟਲੀ YouTube ਇੰਟਰਨੈਟ ਤੇ ਕਾਫੀ ਕੁਝ ਹੈ ਕਿ ਉਹਨਾਂ ਦੀ ਜਿਹੜੀ ਲੈਗੇਸੀ ਹੈ ਥੋੜੀ ਉਹਦੀ ਝਲਕ ਹੈ ਸਾਡੇ ਸਾਹਮਣੇ। but what do you think can be done ਜੋ ਉਹਨਾਂ ਦੀ ਜਿਹੜੀ ਇੰਨੀ ਉਚਾਈ ਵਾਲਾ ਜੋ ਇੱਕ ਆਰਟਿਸਟ ਸਾਡੇ ਵਿੱਚੋਂ ਗਿਆ ਹੈ, ਉਹਨਾਂ ਨੂੰ ਕਿਸ ਤਰ੍ਹਾਂ, ਉਹਨਾਂ ਦੀ ਲੈਗੇਸੀ ਨੂੰ ਕਿਸ ਤਰ੍ਹਾਂ ਸਾਂਭਿਆ ਜਾ ਸਕਦਾ ਹੈ ਤੁਹਾਡੇ ਹਿਸਾਬ ਨਾਲ? if you were to be deciding something, what would you think should be ideally done? I think he's part of collective memory of every Punjabi. It is people's memories that keep
people alive like Pash, Shiv Kumar Batalvi. You don't need somebody to start a foundation or start a... I think first of all his work must be archived. Yeah. You know, there must be a archival section for his work in the museums of Punjab. But that will happen. He was too large a figure. Nobody can ignore him. No government can ignore him. He was epic. Yeah. And he was non-controversial. Yes. Even though he gave his Padma Shri back and gave his SNA award back, he was with the farmer strike. क्या कविता उन्होंने लिखी है Yes. during the farmer strike. So he was a people's person. People will sing him. Bards will sing him. He was not just a poet. He was a revolution. He was a radical. मतलब तुसी देखो वो ਜਿਹੜੀ जो मैं पहले भी कैसे कविता ਦਾ ਜ਼ਿਕਰ ਕੀਤਾ ਹੈ, it was like a anthem. नजर लगी पंजाब ਨੂੰ ਇਹਦੀ नजर उतारो लेके मिर्चां कौड़ियां, मतलब so human. Right. Then he analyzes the whole history. जब पंजाबियों ने अपनी पंजाबी छड़ी. He's a one-man army. He won't be forgotten. Yeah. He's embedded in everybody's consciousness. Yeah. He's the soul of Punjab. Like Shiv Kumar Batalvi and Pash. And many more. Sardar Mohan Singh, Bhai Veer Singh, Professor Mohan Singh, Bhai Veer Singh, Preetladi De, Darji, you know. These are all Gurbakh Singh Preetladi. You know, so these are all people of great significance. They make the history of Punjab's literary, you know, वजन देते हैं पंजाब को. जी. ਇਹ ਜਿਹੜੀ ਪੂਰੀ ਜ਼ਿੰਦਗੀ ਹੈ ਤੁਹਾਡੀ ਕਲਾ ਦੀ, ਇਸ ਨੇ ਇਹ ਸਾਰੇ ਸਾਲਾਂ 'ਚ ਤੁਹਾਡੀ ਸ਼ਖਸੀਅਤ ਨੂੰ ਤੇ ਤੁਹਾਡੀ ਰੂਹ ਨੂੰ ਤੇ ਤੁਹਾਡੀ ਸੋਚ ਨੂੰ ਕੀ ਦਿੱਤਾ ਹੈ? It's given me everything that I am. It's given me friendship. It's given me travel. It's given me an opportunity to meet wonderful people. मतलब सब कुछ ते मैनू मेरी कला नहीं देती है. And art is hard. It's not easy. Continuously तुसी ਇਹ ਟੂਲਸ ਨੂੰ ਸ਼ਾਰਪਨ ਕਰਦੇ ਹੋ, ਇਹਨੂੰ ਚਿਜ਼ਲ ਕਰਦੇ ਹੋ, ਇਹਨੂੰ ਨਰਚਰ ਕਰਦੇ ਹੋ, ਕਿਉਂਕਿ ਟੈਲੈਂਟ ਤੇ ਰॉ ਮਟੀਰੀਅਲ ਹੈ. ਸਰ ਟੈਲੈਂਟ ਤੇ ਹਜ਼ਾਰਾਂ ਲੋਕਾਂ ਵਿੱਚ ਹੈ, ਬਟ ਯੂ ਹੈਵ ਟੂ ਆਲ ਦ ਟਾਈਮ ਮੇਕ ਦ ਟੈਲੈਂਟ ਗਰੋ. ਵਾਟ ਆਰ ਦ ਟੂਲਸ ਆਫ ਗਰੋਥ? ਕਿਊਰੀਓਸਿਟੀ, ਰਿਸਕ ਟੇਕਿੰਗ, ਵੰਡਰਮੈਂਟ. ਉਹ ਅਗਰ ਤੁਹਾਡੀ ਜ਼ਿੰਦਗੀ ਵਿੱਚ ਨਹੀਂ ਤਾਂ ਅਗਰ ਤੁਸੀਂ ਲੱਗ ਮੈਨੂੰ ਸਭ ਕੁਝ ਪਤਾ ਹੈ, ਮੈਨੂੰ ਸਭ ਕੁਝ ਪਤਾ ਹੈ, मैं की सीखना है. Yeah. Very often I ask some younger people, I'd like to attend their workshop. No, ma'am, why are you coming? I said, no, I want to see the new tools of training. Yeah. So, to keep yourself always alert, to be mindful. Yeah. Curiosity. Curiosity. Right. अच्छा, end which, you know, is there any poem जो ਤੁਹਾਨੂੰ ਮੁਜ਼ਬਾਨੀ ਯਾਦ ਹੋਏ ਪਾਤਰ ਸਰ ਦੀ, ਜੋ ਤੁਹਾਨੂੰ ਲੱਗਦਾ ਕਿ ਤੁਸੀਂ ਸ਼ੇਅਰ ਕਰ ਸਕਦੇ ਹੋ? ਕੰਗਨ ਵੀ ਕਢਵਾਵਾਂਗੇ, ਮਿਰਚਾਂ ਚੁੱਲ੍ਹੇ ਪਾਵਾਂਗੇ, ਪੰਜੇ ਬਾਂ ਪਨਵਾਵਾਂਗੇ, ਠੁਮਕ ਠੁਮਕ ਜਾਵਾਂਗੇ. ਵਾਓ. ਆ ਜਾ ਅੰਮੀ ਆ ਜਾ, ਯਰਮਾ ਵਿੱਚ ਲੋਰੀ ਲਿਖੀ. ਵਾਹ. मैं 2-3 लाइना भूल गई, बट कारण जी ने क्या ललबाई बनाई. कंगन भी कढ़वावांगे, मिर्चा चुल्ले पावांगे. मतलब बहुत ही सुंदर कविता. और क्या पात्र जी लिखते सी. वन ऑफ द बेस्ट म्यूजिक डायरेक्टर्स इन थिएटर. कारण जी would send it, would compose the music for it. I mean, those were the days. Yeah. They'll never come back. That's right. And they've not been documented. That is a sad part. I mean, you ਤੁਸੀਂ ਬਹੁਤ ਲੱਕੀ ਹੋ ਕਿ ਪਹਿਲੇ ਅਬਰਾਹਮ ਅਲਕਾਜ਼ੀ, ਉਸ ਤੋਂ ਬਾਅਦ ਬੀਵੀ ਕਾਰੰਤ, ਉਸ ਤੋਂ ਬਾਅਦ ਸੁਰਜੀਤ ਪਾਤਰ. ਇਹ ਤਿੰਨ ਮਤਲਬ ਜੋ ਨਾਮ देखो, Alkazi Sahab was a Renaissance man. Yeah. He taught me about
detailing, entry and exits, characterization, detailing, matlab hundreds of things, color palette, कि nothing on the stage should be accidental or should just be should be general. It must be specific. Karanji was a people's person. Yeah. He taught me about celebration, about improvisations, about community. Both taught me about hard work. Ji. That you have to work very hard. Right. And both taught me you can't say art is here and life is here. They both have to kind of commingle. And then Patarji taught me language, the language of theatre. So there is, destiny has played a very important role, that I had the good fortune to meet 3 masters. Yeah. And you are a master yourself. Well, I don't know about You're that. a Padma Shri yourself. That And you're very precious to Punjab too. I don't know. Thank you so much, ma'am. Not at all. Is Galbaat li. And Thank you so much. कुछ पात्र साहब बारे गल्लां शेयर करन नाल ना कुछ लग्या कि किसी नाल मैं बैठ के I have shared my deepest love for Patar, Yeah. because I just didn't want to write an obituary, as I told you at this point. Yeah. And you don't have to. That's right. Thank you so much, ma'am. Da da da